सीधा वेरिएशन ऑफ रेजिस्टेंस विद टेंपरेचर, टेंपरेचर का इफेक्ट स्टडी करो, ठीक है जी। रेजिस्टेंस से क्या होएगा, कहना जी टेंपरेचर का इफेक्ट रेजिस्टेंस से डिपेंड करता ਤੁਹਾਡੇ ਕੋਲ मटीरियल ਕਿਹੜਾ गिवन कि गिवन मटीरियल मेरा कंडक्टर आ कि गिवन मटीरियल मेरा सैमी कंडक्टर आ। मेन दो मटीरियल ते इफेक्ट आना वा, टेंपरेचर का कंडक्टर ते कहता जी सैमी कंडक्टर। ਉਹਦੇ ਲਈ ਆਪਾਂ ਕੱਲ ਇੰਨੀ ਗੱਲ ਕਰ ਰਹੇ ਸੀਗੇ ਕਿ ਆਪਣੇ ਕੋਲ ਜਿਹੜਾ ਟੈਂਪਰੇਚਰ ਨਾਲ ਲਿੰਕ ਹੋਣ ਵਾਲਾ ਫਾਰਮੂਲਾ ਵਾ ਜਿਹਦੇ ਬੇਸ ਤੇ ਰੈਜ਼ਿਸਟੈਂਸ ਐਕਸਪਲੇਨ ਕਰਦੇ ਆ ਆਪਾਂ, ਉਹ ਫਾਰਮੂਲਾ ਸੀ R equal to we know that R equal to ml over ne square a into tau। ਇਹ ਚ ਮੈਂ ਕਿਹਾ ਸੀ ਦੋ ਇਦਾਂ ਦੇ ਫੈਕਟਰ ਆ ਜਿਹੜੇ ਟੈਂਪਰੇਚਰ ਡਿਪੈਂਡੈਂਟ ਆ। ਇਹਦੇ ਵਿੱਚੋਂ ਐਸ ਸੱਚ ਰੈਜ਼ਿਸਟੈਂਸ ਜਿਹੜੀ ਉਹ ਨੰਬਰ ਡੈਂਸਿਟੀ ਤੇ ਰਿਲੈਕਸੇਸ਼ਨ ਟਾਈਮ ਆ ਦੋ ਚੀਜ਼ਾਂ ਦੇ ਇਨਵਰਸ ਆਉਂਦੀ ਹੈ ਤੇ ਇਹਨਾਂ ਦੋਨਾਂ ਚੀਜ਼ਾਂ ਦੀ ਡਿਪੈਂਡੈਂਸ ਕਿਉਂ ਟੈਂਪਰੇਚਰ ਤੇ ਹੁੰਦੀ ਹੈ। ਨੰਬਰ ਡੈਂਸਿਟੀ ਕੱਲ ਦੱਸੀ ਸੀਗੀ ਕਿ ਵੀ ਗਿਵਨ ਮਟੀਰੀਅਲ ਦੇ ਅੰਦਰ ਕਿੰਨੇ ਨੰਬਰ ਆਫ ਫ੍ਰੀ ਇਲੈਕਟ੍ਰੋਨ ਪਰ ਯੂਨਿਟ ਅਵੇਲੇਬਲ, मतलब 1 मीटर क्यूब वॉल्यूम ਦੇ ਵਿੱਚ ਕਿੰਨੇ ਫ੍ਰੀ ਇਲੈਕਟ੍ਰੋਨ ਦੀ ਗਿਣਤੀ ਆ ਉਹ n ਦੱਸਦੀ ਆ ਤੇ ਟਾਉ ਸੀਗਾ ਦੋ ਕੋਲੀਜਨ ਦੇ ਵਿੱਚ ਐਸਐਚ ਇਲੈਕਟ੍ਰੋਨ ਦਾ ਰਿਲੈਕਸ ਕਰਨ ਦਾ ਟਾਈਮ। ਤੇ ਅਸੀਂ ਕੱਲ ਇਹ ਗੱਲ ਕੀਤੀ ਸੀ ਜਦੋਂ ਟੈਂਪਰੇਚਰ ਵੱਧਦਾ ਵਾ ਤੇ ਨੰਬਰ ਡੈਂਸਿਟੀ ਵਧਣੀ ਆ, ਮਤਲਬ ਕੁਝ ਬੌਂਡ ਟੁੱਟਨੇ ਆ ਮੈਟਲ ਦੇ ਅੰਦਰ ਜਾਂ ਸੈਮੀਕੰਡਕਟਰ ਦੇ ਅੰਦਰ ਔਰ ਉਹਦੇ ਬੌਂਡ ਟੁੱਟਣ ਕਰਕੇ ਨੰਬਰ ਡੈਂਸਿਟੀ ਵਧਣੀ ਹੈ और नंबर डेंसिटी ਦੇ ਵਧਣ ਨਾਲ ਰੈਜ਼ਿਸਟੈਂਸ ਮੇਰੀ ਐਸਐਚ ਜਿਹੜੀ ਆ ਉਹ ਡਿਕਰੀਜ਼ ਕਰ ਜਾਂਦੀ। ਦੂਜੇ ਪਾਸੇ ਟੈਂਪਰੇਚਰ ਜਦੋਂ ਵੱਧਦਾ ਤੇ ਇਲੈਕਟ੍ਰੋਨ ਦੀ ਕਾਈਨੈਟਿਕ એનર્ਜੀ ਵੱਧਦੀ ਆ ਜਿਹਦੇ ਕਰਕੇ ਇਲੈਕਟ੍ਰੋਨ ਜਲਦੀ ਜਲਦੀ ਕੋਲਾਈਡ ਕਰਦੇ ਆ, ਠੀਕ ਹੈ। ਮਤਲਬ ਉਹਨਾਂ ਦੇ ਰਿਲੈਕਸ ਕਰਨ ਦਾ ਟਾਈਮ ਜਿਹੜਾ ਉਹ ਘਟ ਜਾਂਦਾ, ਯਾਨੀ ਰਿਲੈਕਸੇਸ਼ਨ ਟਾਈਮ ਜਿਹੜਾ ਉਹ ਡਿਕਰੀਜ਼ ਕਰਦਾ ਤੇ ਇਹਦੇ ਡਿਕਰੀਜ਼ ਕਰਨ ਕਰਕੇ ਰੈਜ਼ਿਸਟੈਂਸ ਇਨਕਰੀਜ਼ ਕਰਦਾ। ਤੇ ਫਿਰ ਅਸੀਂ ਅੱਗਿਓਂ ਵਰਡ ਇਹ ਲਿਖਦੇ ਸੀਗੇ ਇਹਦਾ ਮਤਲਬ ਹੈ ਟੈਂਪਰੇਚਰ ਦੇ ਵਧਣ ਦਾ ਇੱਕ ਜਿਹੜਾ ਫੈਕਟਰ ਆ ਉਹ ਰੈਜ਼ਿਸਟੈਂਸ ਨੂੰ ਡਿਕਰੀਜ਼ ਤੇ ਦੂਜਾ ਇਨਕਰੀਜ਼ ਕਰਦਾ। ਹੁਣ ਦੋਨਾਂ ਵਿੱਚੋਂ ਐਸਐਚ ਡੋਮੀਨੇਟਿੰਗ ਫੈਕਟਰ ਕਿਹੜਾ ਵਾ ਉਹਦੇ ਲਈ ਅਸੀਂ ਔਰ ਇਹੀ ਸੇਮ ਚੀਜ਼ ਨਾਲ ਹੀ ਮੈਂ ਤਾਂ ਦੂਜਾ ਵੀ ਫਾਰਮੂਲਾ ਲਿਖ ਲਵਾਂ ਕਿ ਜੇ ਰੈਜ਼ਿਸਟਿਵਿਟੀ ਵਾਸਤੇ ਲਿਖਾਂ ਤੇ ਰੈਜ਼ਿਸਟਿਵਿਟੀ ਦੇ ਫਾਰਮੂਲੇ 'ਚ ਲੈਂਥ ਤੇ ਏਰੀਆ ਨਹੀਂ ਸੀਗਾ। ਰੈਜ਼ਿਸਟਿਵਿਟੀ ਦਾ ਫਾਰਮੂਲਾ ਬਣਦਾ m over ne square into tau और ਇਹਦੇ ਵਿੱਚ ਵੀ ਸੇਮ ਇਹੀ ਡਿਪੈਂਡੈਂਸ ਆਉਂਦੀ ਆ, ਯਾਨੀ ਇਹਦੀ ਵੀ ਡਿਪੈਂਡੈਂਸ ਇਹਨਾਂ ਦੋਨਾਂ ਫੈਕਟਰ ਦੇ ਰੈਸਿਪਰੋਕਲ, ਠੀਕ ਹੈ। ਯਾਨੀ ਜੇ ਇਹਨਾਂ ਦੋਨਾਂ ਦੇ ਹਿਸਾਬ ਨਾਲ ਚੱਲਣਾ ਤੇ ਜੋ ਟੈਂਪਰੇਚਰ ਦਾ ਇਫੈਕਟ ਰੈਜ਼ਿਸਟੈਂਸ ਤੇ ਹੁੰਦਾ ਪਿਆ ਇਹੀ ਇਫੈਕਟ ਰੈਜ਼ਿਸਟਿਵਿਟੀ ਤੇ ਵੀ ਹੋਏਗਾ। ਕਿ ਇੰਨੀ ਗੱਲ ਕਲੀਅਰ ਆ? Yes, sir. Yes, sir. ਅਸੀਂ ਅੱਗੇ ਡਿਸਕਸ ਇਹ ਕਰ ਰਹੇ ਸੀਗੇ ਕਿ ਜੇ ਟੈਂਪਰੇਚਰ ਦਾ ਰੈਜ਼ਿਸਟੈਂਸ ਨਾਲ ਰਿਲੇਸ਼ਨ ਲਿਖੀਏ ਤੇ ਉਹਦੇ ਵਿੱਚ ਅਸੀਂ ਕਿਹਾ ਸੀਗਾ ਕਿ ਰੈਜ਼ਿਸਟੈਂਸ ਤੇ ਟੈਂਪਰੇਚਰ ਦਾ ਰਿਲੇਸ਼ਨ ਆਪਣੇ ਕੋਲ ਹੈਗਾ RT equal to RT यानी resistance at T degree Celsius equal to resistance at 0 degree Celsius 1 plus alpha T। alpha मेरा हैगा temperature coefficient of resistance ਤੇ T ਇੱਥੇ T minus 0 ਆ, ਮਤਲਬ T ਇੱਥੇ change in temperature ਆ ਤੇ ਇਹਦੇ ਤੋਂ alpha ਦਾ ਇੱਕ ਫਾਰਮੂਲਾ ਲਿਖਿਆ ਸੀ RT minus R naught over R naught into T। ਤੇ ਮੈਂ ਇੱਥੇ ਇਹ ਕਿਹਾ ਸੀਗਾ ਕਿ ਜੇ ਇਹਨੂੰ RT R naught ਦੀ ਥਾਂ ਤੇ ਜਨਰਲਾਈਜ਼ ਮੈਥਡ 'ਚ ਲਿਖ ਦਈਏ ਤੇ ਆਪਣਾ ਫਾਰਮੂਲਾ R2 minus R1 over R1 into T2 minus T1 ਬਣਦਾ। मतलब ਇੱਥੇ ਜਿਹੜਾ T ਡਿਗਰੀ ਤੇ 0 ਡਿਗਰੀ ਦੋ ਟੈਂਪਰੇਚਰ ਆ, ਜਨਰਲਾਈਜ਼ ਆਪਾਂ ਇੱਕ ਟੈਂਪਰੇਚਰ T1 ਮੰਨ ਲਿਆ, ਇੱਕ ਟੈਂਪਰੇਚਰ T2 ਲਿਖ ਲਿਆ। क्या रिलेशन क्लियर है? Yes. Yes, sir. ਇਹ ਅਸੀਂ ਗੱਲ ਕਰ ਰਹੇ ਕੀਤੀ ਸੀਗੀ ਕਿ ਜੇ ਸਾਡੇ ਕੋਲ ਮੈਟਲ ਗਿਵਨ ਹੋਏਗੀ ਨਾ ਫॉर ਮੈਟਲਸ ਵਾਸਤੇ ਅਸੀਂ ਕਹਿੰਦੇ ਕਿ ਐਲਫਾ ਪੋਜ਼ਿਟਿਵ, ਮੈਟਲ ਦੇ ਐਲਫਾ ਪੋਜ਼ਿਟਿਵ ਦਾ ਮਤਲਬ ਇਹ ਕੱਢਿਆ ਸੀ ਐਲਫਾ ਪੋਜ਼ਿਟਿਵ ਜਾਂ ਨੈਗੇਟਿਵ ਆ ਡਿਫਰੈਂਸ ਤੋਂ ਬਣਨਾ। ਜੇ ਐਲਫਾ ਪੋਜ਼ਿਟਿਵ ਆ ਇਹਦਾ ਮਤਲਬ ਡਿਫਰੈਂਸ ਪੋਜ਼ਿਟਿਵ ਆ ਤੇ ਡਿਫਰੈਂਸ ਪੋਜ਼ਿਟਿਵ ਦਾ ਮਤਲਬ ਆ R2 R1 ਤੋਂ ਗ੍ਰੇਟਰ। therefore ਇਹਦੇ ਅਕੋਰਡਿੰਗਲੀ ਸੀਗਾ R2 greater than R1। ਇਹਦਾ ਮਤਲਬ ਇਹ ਨਿਕਲਿਆ ਕਿ ਟੈਂਪਰੇਚਰ ਦੇ ਵਧਣ ਨਾਲ ਰੈਜ਼ਿਸਟੈਂਸ ਵੱਧਦੀ ਆ। ਜੇ ਮੇਰੇ ਕੋਲ ਐਸਐਚ ਮੈਟਲ ਗਿਵਨ ਆ ਟੈਂਪਰੇਚਰ ਦੇ ਘਟਣ ਨਾਲ ਰੈਜ਼ਿਸਟੈਂਸ ਘਟਦੀ ਆ, ਠੀਕ ਹੈ। ਜੇ ਮੇਰੇ ਕੋਲ ਮੈਟਲ ਗਿਵਨ
यानी मेटल के अंदर टेंपरेचर ते रेजिस्टेंस एक दूजे दे डायरेक्ट प्रोपोर्शनल निकलते पे। दूजे पासे जे मेरे को मटीरियल जेड़ा सीगा वो सेमीकंडक्टर या इंसुलेटर आ ਉਹਦੇ ਲਈ अल्फा नेगेटिव सी ਤੇ अल्फा नेगेटिव ਦਾ मतलब रेजिस्टेंस ਦਾ डिफरेंस नेगेटिव मतलब R2 less than R1 ਤੇ ਇੱਥੇ ਅਸੀਂ ਫਿਰ ਮਤਲਬ ਇਹ ਕੱਢਿਆ ਸੀ ਟੈਂਪਰੇਚਰ ਦੇ ਵਧਣ ਨਾਲ ਰੈਜ਼ਿਸਟੈਂਸ ਘਟਦੀ ਹੈ ਕਿ ਇੰਨੀ ਗੱਲ ਪਹਿਲਾਂ ਸਮਝ ਲੱਗ ਰਹੀ Yes, sir. Yes, sir. तो ਇਹਦੇ ਅੰਦਰ ਆਪਣੇ ਕੋ ਨਿਕਲਿਆ ਟੈਂਪਰੇਚਰ ਵਧਿਆ ਜੀ ਰੈਜ਼ਿਸਟੈਂਸ ਵਧੀ ਇਹਦੇ ਵਿੱਚ ਆਪਣੇ ਕੋ ਨਿਕਲਿਆ ਟੈਂਪਰੇਚਰ ਵਧੇਗਾ ਤੇ ਰੈਜ਼ਿਸਟੈਂਸ ਘਟੇਗੀ ਉਹ ਕਹਿੰਦਾ ਜਸਟੀਫਾਈ ਕਰੋ ਤੇ ਇਹਦੀ ਚੀਜ਼ ਦੀ ਜਸਟੀਫਿਕੇਸ਼ਨ ਜਿਹੜੀ ਆ ਰੈਜ਼ਿਸਟੈਂਸ ਜਾਂ ਰੈਜ਼ਿਸਟਿਵਿਟੀ ਦੀ ਟੈਂਪਰੇਚਰ ਨਾਲ ਵੇਰੀਏਸ਼ਨ ठीक है ਇਹਨੂੰ ਜਸਟੀਫਾਈ ਕਰਨ ਲਈ ਆਈ ਦੋ ਫੈਕਟਰ ਇਹਨਾਂ ਦੋਨਾਂ ਫੈਕਟਰ ਚ ਅਸੀਂ ਇਹ ਦੱਸਿਆ ਸੀਗਾ ਕਿ ਜੇ ਮੇਰੇ ਕੋਲ ਐਸਐਚ ਅਸੀਂ ਮੈਟਲ ਦਾ ਐਸਐਚ ਜਾਂ ਮੈਟਲ ਜਾਂ ਸੈਮੀਕੰਡਕਟਰ ਕੋਈ ਵੀ ਅਸੀਂ ਉਹਦੀ ਬੌਂਡ ਸਟਰਕਚਰ ਸਟੱਡੀ ਕਰੀਏ ਤੇ ਨਾਰਮਲੀ ਮੈਟਲ ਦੇ ਅੰਦਰ ਟ੍ਰਾਂਸਫਰ ਆਫ ਇਲੈਕਟ੍ਰੋਨ ਕਰਕੇ ਆਇਨਿਕ ਬੌਂਡਿੰਗ ਆ ਠੀਕ ਹੈ ਜਦ ਕਿ ਮੇਰੇ ਕੋਲ ਸੈਮੀਕੰਡਕਟਰ ਜਿਹੜੇ ਨੇ ਉਹ ਟੈਟਰਾਵੇਲੈਂਟ ਹੁੰਦੇ ਆ ਤੇ ਜਿਹਦੇ ਕਰਕੇ ਉਹਦੇ ਚ ਮੇਰੀ ਕੋਵਲੈਂਟ ਬੌਂਡਿੰਗ ਆ ਅਸੀਂ ਕਹਿੰਦੇ ਕੋਵਲੈਂਟ ਬੌਂਡ ਇਹਦੇ ਵਿੱਚ ਵੀਕ ਹੁੰਦੇ ਆ ਇਹਦੇ ਆਇਨਿਕ ਬੌਂਡ ਜਿਹੜੇ ਸਟਰੋਂਗਰ ਆ ਇਸ ਲਈ ਜਦੋਂ ਮੈਟਲ ਦਾ ਟੈਂਪਰੇਚਰ ਜਾਂ ਗਿਵਨ ਮਟੀਰੀਅਲ ਦਾ ਟੈਂਪਰੇਚਰ ਵਧਾਵਾਂਗਾ ਤੇ ਉਹਦੇ ਟੈਂਪਰੇਚਰ ਦੇ ਵਧਣ ਨਾਲ ਆ ਮੇਰਾ ਜਿਹੜਾ ਕ੍ਰਿਸਟਲ ਲੈਟਿਸ ਹੋਏਗਾ ਇਹਦੇ ਕੁਝ ਬੌਂਡ ਤਾਂ ਟੁੱਟੂਗੇ ਠੀਕ ਹੈ ਜਿਹੜੇ ਵੀਕ ਬੌਂਡ ਨੇ ਵਿੱਚ ਕੋਈ ਠੀਕ ਹੈ ਉਹ ਬੌਂਡ ਟੁੱਟਨੇ ਆ ਔਰ ਬੌਂਡ ਦੇ ਟੁੱਟਣ ਨਾਲ ਇਲੈਕਟ੍ਰੋਨ ਰਿਲੀਜ਼ ਹੋਣੇ ਇਲੈਕਟ੍ਰੋਨ ਦੇ ਯਾਨੀ ਨੰਬਰ ਡੈਂਸਿਟੀ ਦੇ ਵਧਣ ਕਰਕੇ रेजिस्टेंस डिक्रीज करनी पर एट द सेम टाइम मटेरियल दे अंदर टेंपरेचर दे ਵਧਣ ਨਾਲ ਮੇਰੇ ਕੋਲ ਜਿਹੜਾ ਉਹਨਾਂ ਦਾ ਰਿਲੈਕਸੇਸ਼ਨ ਟਾਈਮ ਘਟਣਾ ਵੀ ਆ ਜਿਹਨੇ ਰੈਜ਼ਿਸਟੈਂਸ ਵਧਾਣੀ ਹੁਣ ਦੋਨਾਂ ਵਿੱਚੋਂ ਮੈਟਲ ਵਾਲੇ ਕੇਸ ਦੇ ਵਿੱਚ ਕੀ ਹੁੰਦਾ ਬੌਂਡਿੰਗ ਸਟਰੋਂਗ ਹੋਣ ਕਰਕੇ n ਦੀ ਡੋਮੀਨੈਂਸ ਘਟ ਰਹਿੰਦੀ ਆ n ਘਟ ਡੋਮੀਨੇਟ ਕਰਦਾ ਜਿਹਦੇ ਕਰਕੇ ਮੇਨ ਜਿਹੜਾ ਵਾ ਉਹ ਟਾਓ ਡੋਮੀਨੇਟ ਕਰ ਜਾਂਦਾ ਤੇ ਓਵਰਆਲ ਨੰਬਰ ਆਫ ਕੋਲਿਜਨ ਜ਼ਿਆਦਾ ਵਧਣ ਕਰਕੇ ਰਿਲੈਕਸੇਸ਼ਨ ਟਾਈਮ ਘਟਣ ਕਰਕੇ ਰੈਜ਼ਿਸਟੈਂਸ ਜਿਹੜੀ ਆ ਉਹ ਕੰਡਕਟਰ ਦੀ ਓਵਰਆਲ ਵੱਧ ਜਾਂਦੀ ਹੈ ਪਰ ਸੈਮੀਕੰਡਕਟਰ ਦੇ ਅੰਦਰ ਥੋੜਾ ਪੁੱਠਾ ਹੋ ਜਾਂਦਾ ਸੈਮੀਕੰਡਕਟਰ 'ਚ ਬੌਂਡ ਥੋੜੇ ਵੀਕ ਹੋਣ ਕਰਕੇ ਇਹ 'ਚ ਨੰਬਰ ਡੈਂਸਿਟੀ ਤੇ ਇਫੈਕਟ ਬਹੁਤ ਸਟਰੋਂਗਰ ਹੁੰਦਾ ਯਾਨੀ ਉਹ 'ਚ ਕਿੰਨੇ ਸਾਰੇ ਬੌਂਡ ਟੁੱਟਦੇ ਆ ਠੀਕ ਹੈ ਗਿਵਨ ਟੈਂਪਰੇਚਰ ਤੇ ਜਿਹਦੇ ਨਾਲ ਮੇਰੇ ਕੋਲ ਨੰਬਰ ਆਫ ਫ੍ਰੀ ਇਲੈਕਟ੍ਰੋਨ ਪਰ ਯੂਨਿਟ ਵੋਲਿਊਮ ਇਹਦੇ ਤੇ ਅਸਰ ਜ਼ਿਆਦਾ ਹੁੰਦਾ ਇਹਦਾ ਮਤਲਬ n ਦਾ ਇਫੈਕਟ ਜ਼ਿਆਦਾ ਸਟਰੋਂਗਰ ਆ ਜੇ ਸੈਮੀਕੰਡਕਟਰ ਆ ਟਾਓ ਦਾ ਇਫੈਕਟ ਜ਼ਿਆਦਾ ਸਟਰੋਂਗਰ ਆ ਜੇ ਮੇਰੀ ਮੈਟਲ ਆ ਕਿ ਇਹਦੀ ਗੱਲ ਸਮਝ ਲੱਗੀ Yes, sir. Yes, sir. ਇਹ ਐਕਸਪਲੇਨੇਸ਼ਨ ਆਣੀ ਚਾਹੀਦੀ ਜੋ ਦੱਸਦਾ ਪਿਆ ਇਹ ਰੈਜ਼ਿਸਟਿਵਿਟੀ ਵਾਸਤੇ ਵੀ ਸਟੈਂਡ ਕਰਦੀ ਸੇਮ ਔਰ ਰੈਜ਼ਿਸਟੈਂਸ ਵਾਸਤੇ ਵੀ ਸਟੈਂਡ ਕਰਦੀ ਕਿ ਇਹਨਾਂ ਕਲੀਅਰ ਹੈ ਪਹਿਲਾਂ Yes, sir. Yes, sir. ਇਹਨੂੰ ਕੰਟੀਨਿਊ ਕਰਾਂਗਾ ਇਹਦੇ ਨਾਲ ਹੀ ਆਪਾਂ ਇੱਕ ਟਰਮ ਹੋਰ ਲੈ ਲੈਂਦੇ ਆ ਇੱਕ ਵਰਡ ਲੈ ਰਿਹਾ ਐਲੋਏ ਠੀਕ ਹੈ ਜੇ ਮੇਰੇ ਕੋਲ ਕੁਝ ਐਲੋਏ ਗਿਵਨ ਇੱਕ ਕੁਐਸਚਨ ਬਣਾਉਣ ਲੱਗਿਆ ਤੁਹਾਡੇ ਇਸੇ ਚੈਪਟਰ ਦੇ ਵਿੱਚ ਤੁਹਾਡਾ ਜਿਹੜਾ ਚੈਪਟਰ ਦੇ ਅਗਲੇ ਟੌਪਿਕ ਆ ਨਾ ਉਹ ਚ ਇੱਕ ਟੌਪਿਕ ਆ ਪੋਟੈਂਸ਼ੀਓਮੀਟਰ ਇੱਕ ਟੌਪਿਕ ਆ ਮੀਟਰ ਬ੍ਰਿਜ ਠੀਕ ਹੈ ਇਹਨਾਂ ਦੋਨਾਂ ਟੌਪਿਕ ਦੇ ਅੰਦਰ ਅਸੀਂ ਐਸਐਚ ਕੀ ਦੱਸਾਂਗੇ ਔਰ ਇਹ ਤੁਹਾਡੇ ਦੋਨੇ ਐਕਸਪੈਰੀਮੈਂਟਲ ਟੌਪਿਕ ਆ ਪ੍ਰੈਕਟੀਕਲੀ ਤੁਸੀਂ ਉਹ ਟੌਪਿਕ ਯਾਨੀ ਉਹ ਡਿਵਾਈਸਿਸ ਯੂਜ਼ ਕਰਨੇ ਆ ਮੀਟਰ ਬ੍ਰਿਜ ਆਪਣੇ ਆਪ ਚ ਇੱਕ ਵੁਡਨ ਦਾ ਬ੍ਰਿਜ ਹੁੰਦਾ ਯਾਨੀ ਲੱਕੜ ਦਾ ਪੱਟਾ ਹੋ ਗਿਆ ਉਹਦੇ ਤੇ ਇੱਕ ਵਾਇਰ ਲੱਗੀ ਹੋਈ ਪੋਟੈਂਸ਼ੀਓਮੀਟਰ ਵੀ ਇਸੇ ਤਰ੍ਹਾਂ ਇੱਕ ਵੁਡਨ ਬੇਸ ਹੋਏਗਾ ਉਹਤੇ ਚਾਰ ਤਾਰਾਂ ਲੱਗੀਆਂ ਹੋਈਆਂ ਠੀਕ ਹੈ ਜਿਹੜੇ ਮਟੀਰੀਅਲ ਤੋਂ ਉਹ ਵਾਇਰ ਬਣੀ ਹੋਈ ਆ ਜਿਹੜੀ ਵਾਇਰ ਉਹਨਾਂ ਤੇ ਅਟੈਚ ਹੁੰਦੀ ਉਹਨੂੰ ਅਸੀਂ ਕਹਿੰਦੇ ਜੀ ਉਹ ਮੈਂਗਾਨਿਨ ਦੀ ਵਾਇਰ ਆ ਉਹ ਮੈਂਗਾਨਿਨ ਦੀ ਵਾਇਰ ਆ ਜਾਂ ਉਹ ਮੇਰੇ ਕੋਲ ਕਨਸਟੈਂਟਨ ਦੀ ਵਾਇਰ ਆ ਮੈਂ ਦੋ ਵਰਡ ਯੂਜ਼ ਕਰਦਾ ਪਿਆ ਕਿ ਜਿਹੜੀ ਵਾਇਰ ਯੂਜ਼ ਕਰਾਂਗੇ ਉਹ ਵਾਇਰ ਮੇਰੀ ਮੈਂਗਾਨਿਨ ਦੀ ਹੋਏਗੀ ਜਾਂ ਉਹ ਵਾਇਰ ਮੇਰੀ ਜਿਹੜੀ ਆ ਉਹ ਕਨਸਟੈਂਟਨ ਦੀ ਹੋਏਗੀ ਇਹ ਬੇਸਿਕਲੀ ਮੈਗਨੀਜ਼ ਨਿਕਲ ਤੇ ਕਾਪਰ ਦਾ ਐਲੋਏ ਹੈਗਾ ਮੇਰੇ ਕੋਲ ਇਹਨਾਂ ਐਲੋਏ ਦੀ ਸੱਚ ਪ੍ਰੋਪਰਟੀ ਹੁੰਦੀ ਆ ਕਿ ਇਹਨਾਂ ਦੀ ਰੈਜ਼ਿਸਟਿਵਿਟੀ ਹਾਈ ਹੁੰਦੀ ਹੈ ਮੈਟਲ ਨਾਲੋਂ ਇਹਨਾਂ ਦੀ ਰੈਜ਼ਿਸਟਿਵਿਟੀ ਹਾਈ ਹੁੰਦੀ ਆ ਜਿਹਦੇ ਕਰਕੇ ਅਸੀਂ ਇਹਨਾਂ ਮਟੀਰੀਅਲਸ ਨੂੰ ਰੈਜ਼ਿਸਟੈਂਸ ਕੁਆਇਲ ਬਣਾਉਣ ਵਾਸਤੇ ਯੂਜ਼ ਕਰਦੇ ਹਾਂ ਬੱਚੇ ਸਮਝਣ ਵਾਲੀ ਗੱਲ ਆ ਕਿ ਬੋਰਡ 'ਚ ਆਇਆ ਹੋਇਆ ਕੁਐਸਚਨ ਆ ਠੀਕ ਹੈ ਕਿ why the resistance coils are to be made up of
कहना जी मैंगनीज कांस्टेंट है, यानी इन्हां एलॉय तो असीं अपनी रेजिस्टेंस कॉइलां क्यों बनाने हैं, ते ओदा कॉज हैगा इन्हां दी हाई रेजिस्टिविटी। कहना जी इस फैक्टर नूं असीं यूटिलाइज किदां करदे हैं, ओदे लई आपां कहंदे हैं know that R equal to rho L by A। इसका मतलब ये हो गया कि जिहड़ी रेजिस्टेंस होएगी, जिहड़ी रेजिस्टेंस कॉइल बनावांगा, तुसी जदों इलैक्ट्रिसिटी दे +2 च एक्सपेरिमेंट अपने करोगे ना किते लैब वाले, ठीक है जी, ਉਹ ਚ ਤੁਹਾਨੂੰ ਛੋਟੀਆਂ-ਛੋਟੀਆਂ ਬੈਕੇਲਾਈਟ ਮਟੀਰੀਅਲ ਤੋਂ ਬਣੀਆਂ ਹੋਈਆਂ ਕੋਇਲਾਂ ਦੇਈਆਂ ਸੀ, ਡੱਬੀਆਂ ਦੇ ਨੇ, ਬਾਕਸ ਦੇ ਨੇ, ਕੋਈ 2 ਓਮ ਦੀ ਆ, ਕੋਈ 3 ਓਮ ਦੀ, ਕੋਈ 5 ਓਮ ਦੀ, ਉਹਨੂੰ ਰੈਜ਼ਿਸਟੈਂਸ ਕੋਇਲ ਨੂੰ ਬਣਾਉਣ ਵਾਸਤੇ, ਠੀਕ ਹੈ, ਉਹ ਚ ਜਿਹੜੀ ਤਾਰ ਯੂਜ਼ ਕੀਤੀ ਜਾਂਦੀ ਆ, ਉਹ ਕਹਿੰਦਾ ਜੀ ਇਹਨਾਂ ਮਟੀਰੀਅਲ ਦੀ ਕਿਉਂ ਲੈਂਦੇ, ਤੇ ਉਹਦਾ ਕੌਜ਼ ਕੀ ਹੋਏਗਾ, ਕੌਜ਼ ਉਹਦਾ ਇਹ ਹੈਗੀ ਕਿ ਜੇ ਮੈਂ ਮੰਨ ਲਓ 2 ਓਮ ਦੀ ਰੈਜ਼ਿਸਟੈਂਸ ਕੋਇਲ ਬਣਾਣੀ ਹੈ, ਜਦੋਂ ਮੈਂ ਆਰ ਨੂੰ ਫਿਕਸ ਕਰ ਰਿਹਾ और जेडी मैं वायर उच यूज करनी है, ओदा क्रॉस सैक्शनल एरिया फिक्स है, मतलब मैं तार कितनी मोटी लेनी है ना, तार मेरी कितनी मोटी होवे, ओदा एरिया ऑफ क्रॉस सेक्शन कांस्टेंट है, ठीक है, तो रेजिस्टेंस कितने ओम दी बनानी है, फिक्स होगी, ਇਹਦਾ मतलब आर ते ए मेरे दोनों कांस्टेंट हो गए, ते जे आ दो चीजां दी प्रोडक्ट कांस्टेंट हो गई, ਇਹ मतलब रो इनटू एल मेरे को ਜਿਹੜੀ ਆ ਉਹ कांस्टेंट है, ਤੇ ਜੇ ਇਹਨਾਂ ਦੋ ਚੀਜ਼ਾਂ ਦੀ ਪ੍ਰੋਡਕਟ ਕਾਂਸਟੈਂਟ ਆ ਤੇ ਐਡਵਾਂਟੇਜ ਇਹ ਹੋਏਗੀ, ਜੇ ਮੈਂ ਹੁਣ ਮਟੀਰੀਅਲ ਜਿਹੜਾ ਯੂਜ਼ ਕਰਾਂ ਹੈ ਨਾ ਉਹ ਹਾਈ ਰੈਜ਼ਿਸਟਿਵਿਟੀ ਵਾਲਾ ਹੋਵੇ, ਤੇ ਉਸ ਹਾਈ ਰੈਜ਼ਿਸਟਿਵਿਟੀ ਮਟੀਰੀਅਲ ਦੀ ਸਮਾਲ ਲੈਂਥ ਮੇਰੇ ਕੋਲ ਸਫੀਸ਼ੀਐਂਟ ਹੋਏਗੀ ਉਸ ਰੈਜ਼ਿਸਟੈਂਸ ਕੋਇਲ ਨੂੰ ਬਣਾਉਣ ਵਾਸਤੇ। ਜੇ ਮੈਂ ਕੋਇਲ ਬਣਾਣੀ ਆ ਏਡੀ, ਮੈਂ 2 ਓਮ ਕੋਇਲ ਦੀ ਏਡੀ ਡੱਬੀ ਹੁੰਦੀ ਆ, ਠੀਕ ਹੈ ਜੀ, ਜੇ ਮੈਂ ਉਹ ਕੋਇਲ ਬਣਾਈ ਆ, जे मैं एसएच कॉपर वायर लैके, सिल्वर वायर लैके वो कॉइल बनाता होवां, ते उस सिल्वर कॉपर दी रेजिस्टिविटी लो होने करके मैनूं ओहदी एक लॉन्गर लेंथ चाहिए होएगी, जिन्ना मेरी कॉइल दा साइज जिहड़ा वो बल्कि होना शुरू हो जाएगा। ਉਹਦੇ ਲਈ ਫਿਰ ਅਸੀਂ ਕੀ ਕਰਦੇ ਹਾਂ ਕਿ ਇਸ ਟਾਈਪ ਦੇ ਜਿਹੜੇ ਐਲੋਏ ਨੇ ਜਿਹਦੀ ਰੈਜ਼ਿਸਟਿਵਿਟੀ ਹਾਈ ਆ, ਉਸ ਮਟੀਰੀਅਲ ਨੂੰ ਪ੍ਰੈਫਰ ਕਰਾਂਗੇ ਤਾਂ ਕਿ ਉਹਦੀ ਲੈਂਥ ਜਿਹੜੀ ਵਾਇਰ ਦੀ ਮੈਂ ਯੂਜ਼ ਕਰਾਂ वो small length sufficient होवे, ठीक है जी, SH resistance coil बनाने वास्ते। दूसरा फैक्टर जेडी मैं SH हाई रेजिस्टिविटी वाला मटेरियल यूज करांगा, ओदा अल्फा जेड़ा वा वो बहुत स्मॉल हुंदा, अल्फा दी वैल्यू वैसे भी बोला ते अल्फा दी वैल्यू हुंदी 0.0042 है ना, यानी SH इतनी छोटी वैल्यू है, 4 डेसिमल प्लेस ओदी वैल्यू है। वो कहता जी ਇਹਦਾ मतलब हो गया कि टेंपरेचर कोएफिशिएंट ऑफ रेजिस्टेंस जिन्ना स्मॉल होएगा, टेंपरेचर कोएफिशिएंट ऑफ रेजिस्टेंस जिन्ना मेरा स्मॉल होएगा, उतना ही टेंपरेचर दा इफेक्ट रेजिस्टेंस दे उत्ते घट होएगा। ਇਹਦਾ मतलब ड्यूरिंग एक्सपेरिमेंट जे मैं मटीरियल यूज करदा पिया लो रेजिस्टिविटी वाला, ते जदों टेंपरेचर चेंज किते हो गया एक्सपेरिमेंटल कंडीशन दे करके किते कोई टेंपरेचर चेंज हो गया, ਉਹਨੇ ਮੇਰੇ गिवन मटीरियल दी रेजिस्टेंस ਨੂੰ चेंज करा देना, ਤੇ ਜੇ ਮੈਂ SH रेजिस्टेंस ਦੇ ਅੰਦਰ वेरिएशन नेग्लिजिबल ਲੈਣੀ ਆ टेंपरेचर ਦੇ ਕਰਕੇ, ਤੇ ਮੈਂ ਉਹ ਮਟੀਰੀਅਲ ਪ੍ਰੈਫਰ ਕਰਾਂਗਾ ਜਿਹਦੀ ਰੈਜ਼ਿਸਟਿਵਿਟੀ ਮੇਰੇ ਕੋਲ ਜਿਹੜੀ ਉਹ ਹਾਈ ਹੋਵੇ, ਜਿਹਦਾ ਅਲਫਾ ਮੇਰੇ ਕੋਲ ਸਮਾਲ ਹੋਵੇ, ਜਿਹਦੀ ਰੈਜ਼ਿਸਟਿਵਿਟੀ ਹਾਈ ਹੋਵੇ। ਤੀਜਾ ਇੱਕ ਹੋਰ ਉਹਦੀ ਐਡਵਾਂਟੇਜ ਹੁੰਦੀ ਕਿ ਇਹਦਾ ਕੰਟੈਕਟ ਪੋਟੈਂਸ਼ੀਅਲ ਬਹੁਤ ਸਮਾਲ ਹੁੰਦਾ। आ लाइन समझो ध्यान नाल, कॉन्टैक्ट पोटेंशियल का मतलब होएगा कि जे आ मान लो मेरी जिहड़ी ओ डब्बी होएगी रेजिस्टेंस कॉइल, ओदे अंदर आ मेरी एसएच मैंगनीज दी या कांस्टेंट दी वायर लगी है, हुण इहदे उपर जिथे मैं कनैक्शन देने आ, इहदे उपर मैं जिथे आ तार दे मैं 2 सिरे लवांगा है ना, इहनू उपर किते स्क्रू दे नाल जोड़ांगा, ठीक है, उतों नहीं मैं अपनी कॉपर वायर जिहड़ी कनैक्टिंग वायर आ ओ सर्किट चलानी है। गल समझ लगदी पई जो दसदा पिया? Yes sir. Yes sir. ठीक है, आ मेरी रेजिस्टेंस कॉइल होगी, आ इहदे 2 सिरे हो गए, जे हुण ए कॉइल बनी आ मेरी मैंगनीज कांस्टेंट दी, इहनू जदों मैं जोड़ना वा बाहर सर्किट वास्ते है ना, वो मैं कॉपर वायर लवांगा, ते कॉपर जेड़े पॉइंट ते इना कांटेक्ट बनांदा पिया उस पॉइंट ते वोल्टेज ड्रॉप मिनिमम होवे, ठीक है जी, ए एसएच मैनू मटीरियल दी प्रॉपर्टी चाहिदी, ਤੇ ਇਸ ਲਈ ਸੀ ਕਹਿੰਦੇ ਮੈਂਗਨੀਜ਼ ਜਾਂ ਕਾਂਸਟੈਂਟ ਹੈ ਜਿਹੜੇ ਨੇ ਇਹਨਾਂ ਦੀ ਹਾਈ ਰੈਜ਼ਿਸਟਿਵਿਟੀ ਦੇ ਕਰਕੇ,
ठीक है जी। इन्हां दा एंड ते कॉन्टैक्ट पोटेंशियल विद कॉपर जिहड़ा वा वो स्मॉल। इन्हां सारे फैक्टर्स दे करके ਅਸੀਂ ਜਿਹੜੀਆਂ ਰੈਜ਼ਿਸਟੈਂਸ ਕੋਇਲਸ ਨੇ, ठीक है जी, ਉਹ ਮੈਂਗਾਨਿਨ ਕਨਸਟੈਂਟਨ ਇਸ ਮਟੀਰੀਅਲ ਤੋਂ ਬਣਾਉਂਦੇ, ਜਦ ਕਿ ਜਿਹੜੀ ਮੇਰੀ ਕਨੈਕਟਿੰਗ ਵਾਇਰ ਹੋਏਗੀ ਸਰਕਟ ਦੇ ਅੰਦਰ ਹਨਾ, ਉਹ ਅਸੀਂ ਕਾਪਰ ਵਰਗੇ ਮਟੀਰੀਅਲ ਤੋਂ ਬਣਾਉਂਦੇ, ਯਾਨੀ ਉਹ ਮੈਟੈਲਿਕ ਆਪਣੀਆਂ ਵਾਇਰਸ ਨੇ, ਤੇ ਜਦ ਕਿ ਜਿਹੜੀ ਰੈਜ਼ਿਸਟੈਂਸ ਕੋਇਲ ਚ ਵਾਇਰ ਯੂਜ਼ ਕੀਤੀ ਜਾਏਗੀ ਉਹ ਮੇਰੇ ਕੋਲ ਐਲੋਏ ਲਾਈਕ ਮੈਂਗਾਨਿਨ ਔਰ ਕਨਸਟੈਂਟਨ, ਇਹਨਾਂ ਨੂੰ ਅਸੀਂ ਉੱਤੇ ਕਹਿੰਦਾ ਜੀ ਯੂਜ਼ ਕਰਦੇ। ਕਿ ਇੰਨੀ ਗੱਲ ਕਲੀਅਰ ਆ? Yes, sir. Yes, sir. Potential वाली दसो। ਉਹ ਤਾਂ ਪੋਟੈਂਸ਼ੀਅਲ ਕਰਦੇ ਪਏ ਨਾ। ਜੇ ਮੇਰੇ ਕੋਲ ਐਸ ਚ ਇਹਨਾਂ ਦਾ ਆਪਸ ਜਿੱਤੇ ਜੋੜ ਲੱਗਿਆ, ਜੇ ਉਹ ਜੋੜ ਵਾਲੇ ਪੁਆਇੰਟ ਤੇ ਹਨਾ ਰੈਜ਼ਿਸਟੈਂਸ ਦੀ ਵੇਰੀਏਸ਼ਨ ਦੇ ਕਰਕੇ ਮੇਰੀ એનર્ਜੀ ਲਾਸ ਮੈਕਸਿਮਮ ਹੋ ਜਵੇ, ਤੇ ਇਹਦਾ ਮਤਲਬ ਆ ਮੇਰੀ ਕੋਇਲ ਦੇ ਥਰੂ ਕਰੰਟ ਜਿਹੜਾ ਵਾ ਹਨਾ ਉਹ ਰਿਡਿਊਸ ਹੋ ਜਾਣਾ। ਕੋਇਲ ਚ ਪ੍ਰੋਪਰ ਕਰੰਟ ਪਾਸ ਕਰ ਸਕੇ, ਠੀਕ ਹੈ ਜੀ, ਉਹਦੇ ਲਈ ਅਸੀਂ ਉਹ ਮਟੀਰੀਅਲ ਪ੍ਰੈਫਰ ਕਰਾਂਗੇ ਜਿਹੜਾ ਇਹਨਾਂ ਪੁਆਇੰਟਾਂ ਤੇ ਜਿੱਥੇ ਜੋੜ ਲੱਗਦੇ ਪਏ ਉਹਨਾਂ ਥਾਵਾਂ ਤੇ એનર્ਜੀ ਲਾਸਸ ਮਿਨੀਮਮ ਕਰਾ। ਤੇ ਅਸੀਂ ਕਹਿੰਦੇ ਪਏ ਕਿ ਵੀ ਐਸ ਚ ਇਹ ਸੂਟੇਬਿਲਿਟੀ ਜਿਹੜੀ ਆ ਉਹ ਮੈਂਗਾਨਿਨ ਕਨਸਟੈਂਟਨ ਜਿਹੜੇ ਐਲੋਏ ਨੇ ਇਹ ਜਸਟੀਫਾਈ ਕਰਦੇ। ਠੀਕ ਹੈ, ਕਲੀਅਰ ਆ? ਹਾਂਜੀ ਸਰ। Yes, sir. ਜਿੰਨਾ ਟੌਪਿਕ ਕਰ ਰਹੇ ਹਾਂ ਕਿਆ ਇੰਨਾ ਕਲੀਅਰ ਹੈ ਸਾਰਿਆਂ ਨੂੰ? हाँ जी sir. Yes, sir. Yes, sir. ਮੈਂ ਦੱਸਣ ਲੱਗਿਆ, ਸੁਣ ਲਓ ਧਿਆਨ ਨਾਲ। ਟੌਪਿਕ ਦਾ ਨਾਮ ਵੇਰੀਏਸ਼ਨ ਆਫ ਰੈਜ਼ਿਸਟਿਵਿਟੀ ਵਿਦ ਟੈਂਪਰੇਚਰ। ਸਾਰਾ ਕੁਝ ਸੇਮ, ਜਿੱਥੇ ਮੈਂ ਆ ਫਾਰਮੂਲਾ ਐਲਫਾ ਦਾ ਰੈਜ਼ਿਸਟੈਂਸ ਦੀ ਫਾਰਮ ਚ ਲਿਖਿਆ, ਸੇਮ ਡਿਟੋ ਵਰਡ ਚ ਐਲਫਾ ਦਾ ਫਾਰਮੂਲਾ ਰੋ ਮਾਈਨਸ ਰੋ ਨਾਟ ਓਵਰ ਰੋ ਨਾਟ ਇਨਟੂ ਚੇਂਜ ਇਨ ਟੈਂਪਰੇਚਰ। ਸੇਮ ਇਹੀ ਫਾਰਮੂਲਾ ਰੈਜ਼ਿਸਟਿਵਿਟੀ ਦੀ ਫਾਰਮ ਚ ਵੀ ਹੈ। ਇਸ ਟੌਪਿਕ ਦੇ ਅੰਦਰ ਬੁੱਕ ਚ ਤੁਹਾਨੂੰ ਦੋਨੇ ਵੱਖਰੇ ਟੌਪਿਕ ਮਿਲ ਜਾਣਗੇ। ਜਿੱਥੇ ਰੈਜ਼ਿਸਟਿਵਿਟੀ ਵਾਲਾ ਟੌਪਿਕ ਮਿਲੇਗਾ ਉਹ ਚ 4 ਗ੍ਰਾਫ ਦਿੱਤੇ ਹੋਣੇ बोर्ड दे विच, वो ग्राफ पूछा जा चुका ऑलरेडी, ठीक है जी, वो इंपॉर्टेंट है। 4 ग्राफ दिते हैं कि भी जे रेजिस्टिविटी वर्सेस टेंपरेचर दा ग्राफ प्लॉट करा मेटल वास्ते, वो ग्राफ दिखा दो किस टाइप का बनेगा। जे एलॉय वास्ते प्लॉट करा ग्राफ किस टाइप का बनेगा। जे सेमीकंडक्टर वास्ते प्लॉट करा ग्राफ मेरे को किस टाइप का होगी। वो ग्राफ तुहाडे पढ़े चाहिए हमें। क्लियर है जी? Okay, sir. Yes. Okay, sir. Yes, sir. ਇਹਦੇ ਨਾਲ ਹੀ ਅੱਗੇ ਕੰਟੀਨਿਊ ਕਰ ਰਿਹਾ। ਜੋ ਹੁਣ ਟਰਮ ਲੈਣ ਲੱਗਿਆ ਛੋਟੀਆਂ ਛੋਟੀਆਂ 2-3 ਟਰਮਸ ਨੇ ਤੇ ਛੋਟੇ ਛੋਟੇ 2 ਰਿਲੇਸ਼ਨ ਆਣੇ ਆ ਬੇਟਾ, ਉਹ ਇੱਕ ਵਾਰੀ ਸਮਝ ਲਿਓ। ਟਰਮ ਹੈਗੀ ਆਪਣੀ ਕੋਲ ਕਰੰਟ ਡੈਂਸਿਟੀ। करंट डेंसिटी किनु कहिए, फिर सेकंड टर्म आ जाएगी कंडक्टेंस किनु कहिए, तीसरी टर्म आ जाएगी कंडक्टिविटी। पहली टर्म करंट डेंसिटी। करंट डेंसिटी इट इज डिफाइंड एज द रेशियो ऑफ करंट पर यूनिट एरिया ऑफ क्रॉस सेक्शन। ਜਦੋਂ ਕਿਸੇ क्रॉस ਸੈਕਸ਼ਨਲ ਏਰੀਆ ਦੇ ਥਰੂ ਮੇਰੇ ਕੋਲ ਇਲੈਕਟ੍ਰੋਨ ਫਲੋ ਕਰਕੇ ਨਿਕਲਦੇ ਆ, ਉਹ ਕਹਿੰਦਾ ਜੀ ਹਾਊ ਮਚ ਕਰੰਟ ਵਿਲ ਬੀ ਫਲੋਇੰਗ ਪਰ ਯੂਨਿਟ क्रॉस ਸੈਕਸ਼ਨਲ ਏਰੀਆ। ਇਹਨੂੰ ਇਦਾਂ ਸਮਝਾ ਰਿਹਾ ਕਿ ਜੇ ਆ ਏਰੀਆ ਆਫ क्रॉस ਸੈਕਸ਼ਨ ਆ, ਇਸ ਏਰੀਆ ਆਫ क्रॉस ਸੈਕਸ਼ਨ ਦੇ ਥਰੂ ਮੇਰੇ ਕੋਲ ਆ ਨੰਬਰ ਆਫ ਇਲੈਕਟ੍ਰੋਨ क्रॉस ਕਰਦੇ ਪਏ, ਉਹ ਕਹਿੰਦਾ ਜੀ ਹਾਊ ਮੈਨੀ ਨੰਬਰ ਆਫ ਇਲੈਕਟ੍ਰੋਨ, how many number of electron यानी how much current will be passing per unit area। ठीक है, given conductor ਦੇ ਕਿੰਨੇ ਏਰੀਆ ਦੇ ਵਿੱਚੋਂ ਕਿੰਨਾ ਕਰੰਟ ਪਾਸ ਕਰਦਾ ਪਿਆ, ਇਹਦੀ ਰੇਸ਼ੋ ਜਿਹੜੀ ਆ ਉਹ ਅਸੀਂ ਕਰੰਟ ਡੈਂਸਿਟੀ ਕਹਿੰਦੇ ਆ। ਕਿ ਇੰਨੀ ਗੱਲ ਪਹਿਲਾਂ ਕਲੀਅਰ ਆ? Yes, sir. ਹੁਣ ਜਿਵੇਂ ਆ ਦਵਾ ਆ ਕ੍ਰਾਸ ਸੈਕਸ਼ਨ ਸੀਗਾ, ਇਹਨੂੰ ਮੈਂ ਟਿਲਟ ਕਰ ਦਵਾਂ, यानी जे मान लो मेरा एसएच क्रॉस सेक्शनल एरिया जेड़ा वा ਉਹਨੂੰ ਮੈਂ ਟਿਲਟਿੰਗ ਸਟੇਟ ਚ ਲੈ ਜਾਵਾਂ ਤੇ ਮੈਂ ਨਾਰਮਲ ਡਾਇਰੈਕਸ਼ਨ ਚ ਦੇਖਣਾ ਕਿ ਕਿੰਨਾ ਮੇਰੇ ਕੋਲ ਕਰੰਟ ਪਾਸ ਕਰਦਾ ਪਿਆ। ਬੱਚੇ ਇੱਕ ਟਰਮ ਸਮਝਣ ਵਾਲੇ ਸਮਝ ਲਿਓ। ਠੀਕ ਹੈ, ਜਦੋਂ ਹੁਣ ਇਹਦੇ ਥਰੂ ਇਸ ਚੀਜ਼ ਨੂੰ ਮੈਜ਼ਰ ਕਰਨਾ, ਕਰੰਟ ਦਾ ਫਲੋ ਸਟ੍ਰੇਟ ਲਾਈਨ ਦਿਖਾਇਆ, ਪਰ ਜਿਹੜਾ ਮੇਰੇ ਕੋਲ क्रॉस ਸੈਕਸ਼ਨਲ ਏਰੀਆ ਉਹ ਬੈਂਡ ਕਰ ਗਿਆ, ਤੇ ਜੇ ਬੈਂਡ ਕਰ ਗਿਆ ਇਹਦਾ ਏਰੀਆ ਵੈਕਟਰ ਜਿਹੜਾ ਮੇਰੇ ਕੋਲ ਇਧਰ ਨੂੰ ਡਾਊਨਵਰਡ ਡਾਇਰੈਕਸ਼ਨ ਚ ਬਣੂਗਾ। Yes, sir. ਹਾਂਜੀ ਸਰ। Yes, sir. ਜੇ ਮੈਂ ਇੱਥੇ ਏਰੀਆ ਵੈਕਟਰ ਡਰਾ ਕਰਨਾ, ਆ ਡਾਇਰੈਕਸ਼ਨ ਏਰੀਆ ਵੈਕਟਰ ਦੀ ਹੋਏਗੀ ਜਿਹੜਾ ਇਸ ਕਰੰਟ ਦੇ ਫਲੋ ਦੇ ਨਾਲ ਥੀਟਾ ਐਂਗਲ ਇੰਕਲਾਈਨ ਕਰੂਗਾ। Yes, sir. Yes, sir. ਏਰੀਆ ਵੈਕਟਰ ਨੂੰ ਸਪਲਿਟ ਕਰ ਦਵਾਂ
ਤੇ ਜਿੱਧਰ ਨੂੰ ਮੇਰਾ ਕਰੰਟ ਫਲੋ ਕਰਦਾ ਗਿਆ ਇਸ ਡਾਇਰੈਕਸ਼ਨ 'ਚ ਏਰੀਆ ਦਾ ਕੰਪੋਨੈਂਟ a cos θ ਆ ਜਾਓ। Yes. Yes, sir. करंट डेंसिटी डिफाइन करा, ठीक है, तो मेरे को आ जाएगा करंट पासिंग थ्रू कहना जी एरिया व्हिच इज हेल्ड नॉर्मल टू फ्लो ऑफ इलेक्ट्रॉन। बेटा मैं फिर रिपीट कर रहा, गल समझ लियो ध्यान नाल। ਜਦੋਂ ਤੁਸੀਂ ਕ੍ਰਾਸ ਸੈਕਸ਼ਨਲ ਏਰੀਆ ਸਟ੍ਰੇਟ ਰੱਖਿਆ ਸੀ ਤੇ ਇਹਦੇ ਥਰੂ ਮੇਰੇ ਕੋਲ ਜਿੰਨੇ ਇਲੈਕਟ੍ਰੋਨ ਨਾਰਮਲ ਡਾਇਰੈਕਸ਼ਨ ਚ ਪਾਸ ਕਰਦੇ ਆ ਹਨਾ, ਉਹਦੀ ਰੇਸ਼ੋ ਕਰੰਟ ਪਰ ਯੂਨਿਟ ਏਰੀਆ ਬਣ ਗਈ। ਤੇ ਜੇ ਮੇਰਾ ਕ੍ਰਾਸ ਸੈਕਸ਼ਨਲ ਏਰੀਆ ਬੈਂਡ ਫਾਰਮ ਚ ਆ ਗਿਆ, ਬਟ ਜਿਹੜਾ ਇਲੈਕਟ੍ਰੋਨ ਦਾ ਫਲੋ ਨਾਰਮਲ ਹੈ ਨਾ, ਇਲੈਕਟ੍ਰੋਨ ਦਾ ਫਲੋ ਸਟ੍ਰੇਟ ਲਾਈਨ ਪਾਥ ਤੇ ਹੀ ਹੈਗਾ ਵਾ, ਤੇ ਇਸ ਮੂਵਮੈਂਟ ਤੇ ਜਿਹੜਾ ਏਰੀਆ ਦਾ ਕੰਪੋਨੈਂਟ ਆਏਗਾ ਇਨ ਦਾ ਡਾਇਰੈਕਸ਼ਨ ਆਫ ਕਰੰਟ ਹੈ ਨਾ, ਉਹ ਮੇਰੇ ਕੋਲ a cos θ ਆ ਜਾਊ। Yes, sir. बच्चे क्या Yes, sir. तुम्हें लगती पई पुत? Yes, sir. Yes, sir. चलो Yes, sir. फार्मूला लिखिए ते फिर करंट डेंसिटी दा फार्मूला करंट ओवर कंपोनेंट ऑफ एरिया व्हिच इज इन द डायरेक्शन ऑफ द फ्लो ऑफ इलेक्ट्रॉन। हुन ਇਹਦੇ ਬੇਸ ਦੇ ਉੱਤੇ ਜੇ ਮੈਂ ਕਰੰਟ ਲਿਖਾਂ ਤੇ ਕਰੰਟ ਆ ਗਿਆ JA cos θ, ਠੀਕ ਹੈ ਜੀ। ਏਰੀਆ ਸਾਡਾ ਵੈਕਟਰ ਕੁਆਂਟੀਟੀ, ਆਪਾਂ ਇਸ ਵੇਲੇ ਜਿਹਨੂੰ ਏਰੀਆ ਨੂੰ ਟ੍ਰੀਟ ਕਰ ਰਹੇ ਉਹਦੀ ਡਾਇਰੈਕਸ਼ਨ ਲੈ ਰਹੇ ਆ, ਉਹ ਵੈਕਟਰ ਕੁਆਂਟੀਟੀ। ਕਰੰਟ ਡੈਂਸਿਟੀ ਇਜ਼ ਅ ਵੈਕਟਰ ਕੁਆਂਟੀਟੀ, ਠੀਕ ਹੈ। ਤੇ ਜੇ ਦੋ ਵੈਕਟਰ ਕੁਆਂਟੀਟੀ ਨਾਲ cos ਲੱਗਿਆ ਹੋਵੇ ਤੇ ਇਹਨੂੰ ਅਸੀਂ ਕਰੰਟ ਡੈਂਸਿਟੀ ਡਾਟ ਏਰੀਆ ਵੈਕਟਰ ਲਿਖ ਸਕਦੇ ਜੀ। ਆ ਕਲੀਅਰ ਆ? कोई आवाज आ रही है? वो नया आवाज आ रही? Yes, sir. Yes, sir. करंट का फार्मूला अपने को की बनया एस एच डॉट प्रोडक्ट ऑफ करंट डेंसिटी एंड एरिया वेक्टर। ओके, एक प्रॉपर्टी दसन लगिया ਅਸੀਂ ਪਿੱਛੇ ਜਦੋਂ ਕਰੰਟ ਵਾਲਾ ਟੌਪਿਕ ਸ਼ੁਰੂ ਕੀਤਾ ਉੱਥੇ ਅਸੀਂ ਕਿਹਾ ਸੀ ਕਰੰਟ ਇਜ਼ ਅ ਸਕੇਲਰ ਕੁਆਂਟੀਟੀ, ਤੇ ਕੁਐਸਚਨ ਇਹ ਬਣ ਜਾਂਦਾ ਅਸੀਂ ਜਦੋਂ ਕਹਿੰਦੇ ਜੀ ਕਰੰਟ ਬੈਟਰੀ ਦੇ ਪੋਜ਼ਿਟਿਵ ਤੋਂ ਨੈਗੇਟਿਵ ਵੱਲ ਚੱਲਦਾ ਹੁੰਦਾ ਨਾ, ਡਾਇਰੈਕਸ਼ਨ ਦੱਸਦੇ ਤੇ ਪਏ ਹੋ, ਜੇ ਕਰੰਟ ਦੀ ਡਾਇਰੈਕਸ਼ਨ ਦੱਸਦੇ ਫਿਰ ਸਕੇਲਰ ਕਿੱਦਾਂ ਕਹਿ ਦਈਏ? ਤੇ ਆ ਉਹਦੀ ਜਸਟੀਫਿਕੇਸ਼ਨ ਹੋਏਗੀ ਕਿਉਂਕਿ ਕਰੰਟ ਦੋ ਵੈਕਟਰ ਕੁਆਂਟੀਟੀ ਦੀ ਡਾਟ ਪ੍ਰੋਡਕਟ ਤੋਂ ਬਣਿਆ ਵਾ, ਕਰੰਟ ਡੈਂਸਿਟੀ ਤੇ ਏਰੀਆ ਵੈਕਟਰ, ਇਸ ਲਈ ਦੋ ਵੈਕਟਰ ਦੀ ਡਾਟ ਪ੍ਰੋਡਕਟ ਜਿਹੜੀ ਆ ਇਟ ਇਜ਼ ਆਲਵੇਸ ਟੂ ਬੀ ਅ ਸਕੇਲਰ। इसलिए करंट जड़ा होएगा इट इज ऑलवेज टेकन टू बी अ स्केलर क्वांटिटी। क्या एनी टर्म क्लियर है? Yes, sir. Yes, sir. Yes, sir. Yes, sir. जे ਇਹਦਾ यूनिट डिफाइन कर दिए ਤੇ करंट ਦਾ यूनिट ਮੇਰੇ ਕੋਲ एंपियर, एरिया ਦਾ यूनिट ਮੇਰੇ ਕੋਲ मीटर स्क्वायर। सो करंट डेंसिटी ਦਾ ਜਿਹੜਾ ਮੇਰੇ ਕੋਲ यूनिट ਆ ਉਹ एंपियर पर मीटर स्क्वायर आ जाऊ। जे डायमेंशनल फार्मूला बोला करंट ਦਾ डायमेंशनल फार्मूला a ही रह जाना, मीटर स्क्वायर ਦੀ ਥਾਂ ਤੇ l स्क्वायर आ जाऊ, यानी ਇਹਦਾ डायमेंशनल फार्मूला al स्क्वायर बन जाएगा। क्या इतना क्लियर है जी? Yes, sir. Yes, sir. Yes, sir. Yes, sir. ਆਪਾਂ ਜਿਹੜੇ ਇਧਰ ਲਿਖਣ ਲੱਗੇ ਫਰਸਟ ਟਰਮ ਕਰੰਟ ਡੈਂਸਿਟੀ ਆ ਗਈ, ਸੈਕਿੰਡ ਟਰਮ ਜਿਹੜੀ ਤੁਹਾਡੇ ਕੋਲ ਹੈਗੀ ਆ ਉਹ ਮੇਰੇ ਕੋਲ ਬਣ ਜਾਣੀ ਕੰਡਕਟੈਂਸ। ਕੰਡਕਟੈਂਸ ਆਲਰੇਡੀ ਆਪਾਂ ਨੂੰ ਪਹਿਲਾਂ ਵੀ ਡਿਸਕਸ ਕੀਤਾ, ਕੰਡਕਟੈਂਸ ਰੈਜ਼ਿਸਟੈਂਸ ਦੇ ਰੈਸੀਪ੍ਰੋਕਲ ਨੂੰ ਕਹਿੰਦੇ ਆ, ਯਾਨੀ ਕੰਡਕਟੈਂਸ ਇਜ਼ ਰੈਸੀਪ੍ਰੋਕਲ ਆਫ ਰੈਜ਼ਿਸਟੈਂਸ। ਤੇ ਜੇ ਇਹਨੂੰ ਯੂਨਿਟ ਵਾਈਜ਼ ਡਿਫਾਈਨ, ਬਹੁਤ ਡਿਟੇਲ ਨਹੀਂ ਆਣੀ, ਠੀਕ ਹੈ ਜੀ, ਸਿੰਪਲ ਹੀ ਆ, ਠੀਕ ਹੈ। ਜੇ ਇਹਦਾ ਯੂਨਿਟ ਡਿਫਾਈਨ ਕਰੀਏ ਤੇ ਇਹਦਾ ਯੂਨਿਟ ਓਮ ਇਨਵਰਸ ਹੋਏਗਾ, ਠੀਕ ਹੈ। ਓਮ ਇਨਵਰਸ ਨੂੰ ਅਸੀਂ ਮਹੋ ਲਿਖ ਦਿੰਦੇ ਆ, ਓਮ ਇਨਵਰਸ ਨੂੰ ਅਸੀਂ ਮਹੋ ਲਿਖ ਦਿੰਦੇ ਆ, ਓਮ ਨੂੰ ਪੁੱਠਾ ਲਿਖ ਦਿੰਦੇ ਆ। ਕਿ ਇਹਨਾਂ ਕਲੀਅਰ ਆ? Yes. Yes, sir. Yes, sir. ਚਲੋ ਜਾਂ ਇਹਦਾ ਯੂਨਿਟ ਜਿਹੜਾ ਵਾ ਇਹਨੂੰ ਅਸੀਂ ਸਾਈਮਨ ਡਿਫਾਈਨ ਕਰਨਾ ਐਸ ਨਾਲ, ਠੀਕ ਹੈ। ਜਿਹਨੂੰ ਡਿਫਾਈਨ ਕਰਾਂਗਾ ਸਾਈਮਨ, ਇਹਦਾ ਯੂਨਿਟ ਲੈ ਲਓ ਮਹੋ ਲੈ ਲਓ ਜਾਂ ਓਮ ਇਨਵਰਸ ਕਹਿ ਲਓ। ਕਲੀਅਰ ਆ? ਕਰਾਂ ਕੰਟੀਨਿਊ? Yes, sir. Yes, sir. ਤੀਜੀ ਟਰਮ ਇਹਦੇ ਨਾਲ ਹੀ ਕਵਰ ਹੋ ਜਾਏਗੀ, ਉਹਨੂੰ ਅਸੀਂ ਕਹਿੰਦੇ ਜੀ ਕੰਡਕਟਿਵਿਟੀ। कंडक्टिविटी नो रिप्रेजेंटेशन सिग्मा ना दिंदे हो एंड दैट्स द रेसिप्रोकल ऑफ रेजिस्टिविटी, यानी रेजिस्टिविटी दा रेसिप्रोकल जेड़ा वा ਉਹਨੂੰ ਅਸੀਂ ਕੰਡਕਟਿਵਿਟੀ ਡਿਫਾਈਨ ਕਰਦੇ ਨੇ। ਤੇ ਜੇ ਯੂਨਿਟ ਬਣਾਵਾ ਨੈਚੁਰਲ ਉਹੀ ਆ ਜਾਣੇ। ਇਹਦਾ ਰੈਸਿਸਟਿਵਿਟੀ ਦਾ ਕੀ ਯੂਨਿਟ ਸੀਗਾ ਜੀ?
ओहम मीटर ओम मीटर ओम मीटर यूनिट बन जाएगा ओम इनवर्स मीटर इनवर्स। ठीक है, इनको आप लिख देते हैं, इसका यूनिट आ जाएगा साइमन पर मीटर। क्या इतना क्लियर? Yes, sir. यस Yes, sir. चलो एक सेकंड रुक जाओ। नेक्स्ट टॉपिक जड़ा इससे तो बनना अपना नेक्स्ट एक टॉपिक बनाने लगे हैं पुत्र। टॉपिक का नाम है ਤੁਹਾਡੇ ਕੋਲ ਮਾਈਕਰੋਸਕੋਪਿਕ ਫਾਰਮ ਆਫ ਓਮਸ ਲਾਅ। ਆਪਾਂ ਓਮਸ ਲਾਅ ਦਾ ਜਨਰਲ ਫਾਰਮੂਲਾ ਪੜਿਆ ਸੀ। ਠੀਕ ਹੈ ਜੀ, I = V/R ਜਾਂ V = IR है ना। ਉਸੇ ਦਾ ਮਾਈਕਰੋਸਕੋਪਿਕ ਫਾਰਮ ਕਹਿੰਦਾ ਵੀ ਉਹ ਕੀ ਹੋਈ ਜੇ ਮੈਂ ਐਸ ਸੱਚ I = V/R ਨੂੰ ਲੈ ਕੇ ਚੱਲਾਂ ਨਾ ਤੇ ਅਸੀਂ ਕਹਿੰਦੇ ਬੱਚੇ ਉਸ ਰਿਲੇਸ਼ਨ ਦੇ ਅੰਦਰ ਕਰੰਟ ਵੋਲਟੇਜ ਰੈਜ਼ਿਸਟੈਂਸ ਇਹ ਟਰਮ ਡਾਇਰੈਕਟ ਮੇਜਰ ਹੋ ਸਕਦੀਆਂ पर जे इन्हां दे बैक एंड ते इन्हां दी माइक्रोस्कोपिक टर्म्स लईए ते ओ रिलेशन की बने ते दूजे पासे ਅਸੀਂ कहते ने derive a relation between current density and conductivity। करंट डेंसिटी ते कंडक्टिविटी दे विच जिहड़ा रिलेशन बनेगा ਉਹਨੂੰ ਅਸੀਂ ਕਹਿੰਦੇ माइक्रोस्कोपिक फॉर्म ऑफ ओम्स लॉ। क्या टॉपिक समझ लग गया जो बोलिया? Yes, sir. यस सर टॉपिक का नाम हैगा माइक्रोस्कोपिक फॉर्म ऑफ ओम्स लॉ। सिर्फ 2 मिनट का छोटा सा टॉपिक बनना। वो जब हम डिफाइन कितो करिए करंट डेंसिटी इंट्रोड्यूस करनी है, इसलिए करंट तो गल शुरू करांगे। वी नो दैट करंट इज गिवन बाय I = NEA * VD। ठीक है, करंट डेंसिटी उन्हें डिफाइन किया करंट बाय एरिया को कहते हैं, यानी इधर एरिया डिवाइड करा लो, अपनी टर्म बन जाएगी I/A = NE * V। क्लियर है बच्चे? Yes, sir. Yes, sir. यस सर एक टर्म अपनी रह गई वो भी मैंने याद आई है। ठीक है, इस तो बाद नाल ही आ रिलेशन तो बाद वो भी टर्म दस देना। हुन जे इथे करंट पर यूनिट एरिया लईए ते देयरफॉर अपने को करंट डेंसिटी आ गई NE * V। बट अपन डायरेक्ट वेलोसिटी का फार्मूला पढ़िया वा E/m * tau। ड्रिफ्ट वेलोसिटी इलेक्ट्रिक फील्ड नाल लिंक कीती सीगी, इनु इथे यूज करो। सो करंट डेंसिटी का फार्मूला आ गया Ne² E/m * tau। क्लियर है जी? Yes, sir. यस सर Yes, sir. पिछले टॉपिक हुनी कीता सीगा वी नो दैट रेजिस्टिविटी दा फार्मूला सी m/ne² * tau। तो जे ते निगाह मारो m/ne² * tau इथे ओदा रेसिप्रोकल लिखा होया। Yes, हाँ जी sir. सर। रेजिस्टिविटी दे रेसिप्रोकल ਨੂੰ ਹੁਣੀ ਆਪਾਂ ਡਿਫਾਈਨ ਕੀਤਾ, ਇਹਨੂੰ 1/σ ਕਹਿੰਦੇ ਆ। ਇਹਦਾ ਮਤਲਬ ਜੇ ਮੈਂ ਇੱਥੇ ਡਿਫਾਈਨ ਕਰਾਂ ਤੇ ਮੇਰੇ ਕੋਲ ਆ ਜਾਏਗਾ J यानी आ 1/σ इतना बनया ਤੇ ਸਿਗਮਾ ਮੇਰਾ Ne² tau/m ਆ ਜੂ। ਇਹਦੇ ਵਿੱਚ Ne² tau/m ਦੀ ਜਗ੍ਹਾ ਤੇ ਮੇਰੇ ਕੋਲ ਸਿਗਮਾ ਆ ਜਾਏਗਾ ਤੇ J = सिग्मा E। आ मेरे को रिलेशन आ जाएगा करंट डेंसिटी कंडक्टिविटी ते इलेक्ट्रिक फील्ड। हुन ये टर्म डायरेक्ट मेजर नहीं होंदियां। इलेक्ट्रिक फील्ड V/L पोटेंशियल डिफरेंस दी फॉर्म च मेजर हो जू। करंट डेंसिटी करंट पर यूनिट एरिया यानी करंट दी फॉर्म च आ जाए। सो डायरेक्ट ओम लॉ जेड़ा है ना वो I ते V दी फॉर्म च ते इथे I दी थां ते करंट डेंसिटी ते V दी थां ते मेरा इलेक्ट्रिक फील्ड आ जाए। क्या आ टॉपिक क्लियर? Yes, sir. हाँ जी सर। Yes, sir. चलो ਇਹਦੇ ਨਾਲ ਹੀ ਇੱਕ ਟਰਮ ਆ ਜਾਏਗੀ। ठीक है, टर्म अपनी पीछे रह गई मोबिलिटी। मोबिलिटी मोबिलिटी को तो किनु कहांगे कहना जी मेरे इलेक्ट्रॉन या होल्स यानी जेडे करंट कैरियर्स ने वो किन्ने क मोबाइल ने, किन्ना को उन्हां दे अंदर मोबिलिटी हैगी, किन्ना को मूव करदे ने अंडर द इन्फ्लुएंस ऑफ इलेक्ट्रिक फील्ड। उस टर्म को ਅਸੀਂ डिफाइन करते हैं मोबिलिटी यानी मैथमेटिकली इट इज द रेशियो ऑफ drift velocity acquired by the particle per unit electric field applied। कंडक्टर दे दो एंड दे अक्रॉस ਤੁਸੀਂ ਜਦੋਂ पोटेंशियल डिफरेंस दे के इलेक्ट्रिक फील्ड अप्लाई करते हो
ਉਹਦੇ ਕਰਕੇ ਇਲੈਕਟ੍ਰੋਨ ਕਿੰਨੀ ਵੈਲੋਸਿਟੀ ਗੇਨ ਕਰਦਾ ਉਹਦੀ ਰੇਸ਼ੋ ਨੂੰ ਅਸੀਂ ਮੋਬਿਲਿਟੀ ਕਹਿੰਦੇ ਹਾਂ। ਮੋਬਿਲਿਟੀ ਨੂੰ ਮਿਊ ਨਾਲ ਲਿਖਾਂਗੇ, mobility ਨੂੰ mu ਨਾਲ ਲਿਖਾਂਗੇ and it's the ratio of drift velocity per unit electric field। क्या इतना क्लियर है? Yes, sir. Yes, sir. ये मेरे को मटेरियल ਦੇ ਅੰਦਰ ਇਲੈਕਟ੍ਰੋਨ ਮੂਵ ਕਰਦੇ ਆ ਤੇ ਇਹਦਾ ਮਤਲਬ ਤੇ ਡ੍ਰਿਫਟ ਵੈਲੋਸਿਟੀ ਇਲੈਕਟ੍ਰੋਨ ਦੀ ਕੰਸੀਡਰ ਕਰਾਂਗੇ। ਜੇ ਮੇਰੇ ਕੋਲ ਸੈਮੀਕੰਡਕਟਰ ਮਟੀਰੀਅਲ ਦੇ ਅੰਦਰ ਇਲੈਕਟ੍ਰੋਨ ਤੇ ਹੋਲ ਦੋਨੋਂ ਮੂਵ ਕਰਦੇ ਆ ਤਾਂ ਅਸੀਂ ਮੋਬਿਲਿਟੀ ਆਫ ਇਲੈਕਟ੍ਰੋਨ ਤੇ ਮੋਬਿਲਿਟੀ ਆਫ ਹੋਲ ਦੋਨੇ ਕੰਸੀਡਰ ਕਰਾਂਗੇ। ਇਹਦਾ ਯੂਨਿਟ ਬਣਾਉਣਾ ਹੋਵੇ ਤੇ ਯੂਨਿਟ ਬਣਾਉਣ ਲਈ ਇਹਨੂੰ ਤੁਸੀਂ ਐਸ ਸੱਚ ਵੈਲੋਸਿਟੀ ਬਾਈ ਇਹਨੂੰ v ਬਾਈ l ਪੜ ਲਓ। ਇਲੈਕਟ੍ਰਿਕ ਨੂੰ ਅੱਗੇ ਸਪਲਿਟ ਕਰਕੇ v ਬਾਈ l ਪੜਦਾ ਪਿਆ ਤੇ ਇਹਦਾ ਯੂਨਿਟ ਲਿਖਾਂ मीटर पर सेकंड, ठीक है जी, मीटर, ठीक है। ਤੇ ਇੱਥੇ ਪੋਟੈਂਸ਼ੀਅਲ ਦਾ ਯੂਨਿਟ ਜਿਹੜਾ ਮੇਰੇ ਕੋਲ ਪਰ ਵੋਲਟ। ਸੋ ਮੋਬਿਲਿਟੀ ਦਾ ਯੂਨਿਟ ਆਪਣੇ ਕੋਲ ਜਿਹੜਾ ਹੋਏਗਾ ਉਹ ਬਣ ਜਾਏਗਾ ਮੀਟਰ ਸਕੁਅਰ ਪਰ ਵੋਲਟ ਪਰ ਸੈਕਿੰਡ। ਕਲੀਅਰ ਹੈ ਬੱਚੇ? Yes, sir. हाँ जी सर। Yes, sir. ਇੰਨਾ ਸਮਝ ਲੱਗਦਾ ਪਿਆ? Yes, sir. Yes, sir. ਇੰਨੇ ਚ ਕੋਈ ਡਾਊਟ ਮੈਨੂੰ ਬੋਲ ਦਿਓ। क्लियर है? Yes, sir. Yes, sir. एक छोटा सा रिलेशन दो लाइन का और आ जाएगा। रिलेशन हैगा सिर्फ 2 मिनट का टॉपिक का छोटा सा बोरिंग रिलेशन बिटवीन रेजिस्टिविटी एंड मोबिलिटी। रेजिस्टिविटी ते मोबिलिटी का की रिलेशन है, ठीक है। हुन मोबिलिटी जेडी है ड्रिफ्ट वेलोसिटी ते इलेक्ट्रिक फील्ड तो आई, रेजिस्टिविटी वाला फार्मूला ਆਪਾਂ ਆਲरेडी ਪਿੱਛੇ ਕੀਤਾ ਵਾ। ਇਹਨਾਂ ਦੋਨਾਂ ਨੂੰ ਆਪਸ ਵਿੱਚ ਲਿੰਕ ਕਰਨਾ ਤੇ ਪੁੱਤ ਜਦੋਂ ਦੋਨੋਂ ਟਰਮ ਲਿੰਕ ਕਰਨ ਲੱਗਿਆ, ਠੀਕ ਹੈ, ਤੇ ਮੈਨੂੰ ਇਹ ਪਤਾ ਕਿ ਮੋਬਿਲਿਟੀ ਡ੍ਰਿਫਟ ਵੈਲੋਸਿਟੀ ਤੋਂ ਬਣਨੀ ਤੇ ਡ੍ਰਿਫਟ ਵੈਲੋਸਿਟੀ ਨੂੰ ਮੈਂ ਅੱਗਿਓਂ ਲਿਖਣਾ ਹੋਵੇ ਤੇ ਉਹਨੂੰ ਭਾਵੇਂ ਕਰੰਟ ਨਾਲ ਲਿੰਕ ਕਰ ਦਿਓ। ਯਾਨੀ ਇੱਕੋ ਕਹਿ ਰਿਹਾ ਸੇਮ ਇਸ ਟੌਪਿਕ ਮਤਲਬ ਜਿੱਦਾਂ ਕਰੰਟ ਨੂੰ ਸ਼ੁਰੂ ਕੀਤਾ ਸੀ ਡ੍ਰਿਫਟ ਵੈਲੋਸਿਟੀ ਨਾਲ ਉਹਦੇ ਲਿੰਕ ਕਰਾਂਗੇ। we know that current का फॉर्मूला I equal to NEA into VD, ठीक है। जे मोबिलिटी इंट्रोड्यूस करनी आ ते मोबिलिटी नु ए तो VD by E चो ਕੱਢ ਸਕਦੇ ਹੋ। ਇੱਥੇ VD ਨੂੰ ਆਪਾਂ mu into E ਲਿਖ ਸਕਦੇ ਹਾਂ। Yes, sir. Yes, sir. ਇਹ ਡਿਫਾਈਨ ਕਰ ਲਓ। ਬਟ मोबिलिटी ਆ ਗਈ ਡਾਇਰੈਕਟ ਵੈਲੋਸਿਟੀ ਬਾਈ ਇਲੈਕਟ੍ਰਿਕ ਫੀਲਡ ਇੱਥੇ ਯੂਜ਼ ਕਰਦੇ ਹੋ ਤੇ ਆਪਣੇ ਕੋਲ ਕਰੰਟ ਦਾ ਫਾਰਮੂਲਾ ਬਣ ਗਿਆ NEA into mu into E, ठीक है जी। क्लियर है ना? यस सर। Yes. ਇੱਥੇ ਦੇਖੋ ਆਪਾਂ ਐਸ ਐਚ ਰੈਜ਼ਿਸਟਿਵਿਟੀ ਲੈ ਕੇ ਆਣੀ ਆ। ਕਿਹੜੀ ਟਰਮ ਆ ਜਿੱਥੋਂ ਰੈਜ਼ਿਸਟਿਵਿਟੀ ਲਿਆਈਏ? ਇਲੈਕਟ੍ਰਿਕ ਫੀਲਡ ਨੂੰ ਤੋੜ ਕੇ ਇਹਨੂੰ V/R ਲੈ ਜਾਈਏ। ਯਾਨੀ ਇਹ ਵੀ ਆ ਕੇ ਜੇ ਮੈਂ ਇਦਾਂ ਪੜਨਾ NEA mu into V/R, है ना? ਆ ਟਰਮ ਬਣ ਗਈ। R ਮੈਂ ਇਧਰ ਲੈ ਆਵਾਂ, R ਮੈਂ ਇਧਰ ਲੈ ਆਵਾਂ ਤੇ ਆਪਣੇ ਕੋਲ ਟਰਮ ਕੀ ਬਣ ਜਾਣੀ? IR equal to NEA mu into V। ਕਿਦਾਂ ਕਰਾਂ ਇਹਨੂੰ ਮੈਂ ਕਿ ਵੀ ਮੇਰੇ ਕੋਲ ਜਿਹੜਾ ਰੈਜ਼ਿਸਟਿਵਿਟੀ ਇੰਟਰੋਡਿਊਸ ਹੋ ਜੇ? ਕਿਹੜੀ ਟਰਮ ਇਦਾਂ ਦੀ ਹੈਗੀ ਇਹਦੇ ਅੰਦਰ ਜਿਹੜੀ ਰੈਜ਼ਿਸਟਿਵਿਟੀ ਦੀ ਫਾਰਮ ਚ ਜਾਏਗੀ? सर आर कहाँ से आया एक बार बताना। हाँ आर कहाँ से आया? एल आना ਐਲ ਸੀਗਾ, ਸੌਰੀ ਐਲ ਸੀਗਾ। ਹੁਣ ਕਿਹੜੀ ਟਰਮ ਇਹਦੇ ਵਿੱਚ ਇਦਾਂ ਦੀ ਆਪਾਂ ਲਿਆ ਸਕਦੇ ਹਾਂ ਜਿਹਨੂੰ ਆਪਾਂ ਰੈਜ਼ਿਸਟਿਵਿਟੀ ਦੀ ਫਾਰਮ ਚ ਲੈ ਕੇ ਚੱਲੀਏ? सोचो। और नलैको कुछ लाओ दिमाग। सर I upon A. आई अपॉन A. आई सर अपॉन वी अपॉन आई से भी हो सकता है। हाँ वी अपॉन आई से। वी अपॉन आई तो की आ जाओ। सर यहाँ पे एक साइड आई है एक साइड वी है, तो उसको अगर वी अपॉन आई कर देंगे तो हमारे पास रेजिस्टेंस आ जाएगा। हाँ फिर उसका ऑपोजिट, फिर उसके बाद ए और एल की मदद से हम उसमें रेसिस्टिविटी इंट्रोड्यूस करते हैं। जितो मर्जी बना दो भावे इथे तुसी एस एच जेडी हुनी गल कह रहे सीगे आपा आई बाय ए ले जियो जे बनूगा। जे नु मुड़ के सिग्मा ई दी फॉर्म च लिख दियो। सिग्मा नु 1 बाय रो पढ़ लवां तां भी बन जाना।
ਭਾਵੇਂ ਇਹ ਤੋਂ V/I ਨੂੰ R ਪੜ ਲਓ, R ਨੂੰ rho L/A ਲਿਖ ਦਿਓ, ਟਰਮ ਸੋਲਵ ਕਰ ਦਿਓ ਤਾਂ ਵੀ ਰਿਲੇਸ਼ਨ ਆ ਜਾਣਾ। ਜਿਹੜੇ ਮਰਜ਼ੀ ਮੈਥਡ ਨਾਲ ਤੁਸੀਂ ਉਹਨਾਂ ਟਰਮ ਨੂੰ ਮੈਨੀਪੂਲੇਟ ਕਰ ਸਕਦੇ ਹੋ। ਇਹਦਾ ਮਤਲਬ ਜੇ ਆਪਾਂ ਇੱਥੋਂ ਚੱਲੀਏ, ਮੈਂ ਆ ਕਰਨ ਲੱਗਿਆ I/A ਨੂੰ ਆਪਾਂ ਲਿਖ ਦਈਏ ਤਾਂ ਆਪਣੀ ਟਰਮ ਬਣ ਗਈ I/A equal to NEA into mu into V, ठीक है, ये रह जाएगा NE mu V upon L। ਤੇ ਇਹਨੂੰ ਆਪਾਂ ਕਰਨ ਡੈਂਸਿਟੀ ਦੀ ਫਾਰਮ ਚ J ਔਰ J ਨੂੰ ਮੁੜ ਕੇ ਸਿਗਮਾ E ਤੇ ਸਿਗਮਾ E ਨੂੰ ਮੁੜ ਕੇ E ਬਾਈ rho ਵਾਲੀਅਮ ਇਕੁਅਲ ਟੂ ਆ ਗਿਆ NE mu V ਬਾਈ L। ਕਲੀਅਰ ਹੈ ਜੀ? Yes, sir. Yes, sir. ਰੁਕੋ ਯਾਰ, ਆਪਾਂ ਨੂੰ ਆ ਟਰਮ ਤੋੜਨ ਦੀ ਲੋੜ ਨਹੀਂ ਪੈਣੀ, ਆ ਟਰਮ ਨੂੰ ਨਾ ਤੋੜੋ। V by L ਕੰਬਾਈਨਡ ਪੜ ਲਈਏ ਤਾਂ ਕੀ ਹੁੰਦਾ? E. ਇਲੈਕਟ੍ਰਿਕ ਫੀਲਡ। ਆ ਪੂਰੀ ਟਰਮ ਮੇਰੀ ਇਲੈਕਟ੍ਰਿਕ ਫੀਲਡ ਵਾਲੀ ਟਰਮ ਨਾਲ ਕੈਨਸਲ ਹੋ ਜਾਊ ਤੇ ਜੇ ਇਥੋਂ ਆਪਾਂ ਟਰਮ ਦੇ ਲਈਏ ਤੇ ਆਪਣੇ ਕੋਲ ਆ ਗਿਆ 1 by rho equal to NE into mu। therefore अपना rho ਦਾ ਫਾਰਮੂਲਾ ਬਣ ਗਿਆ 1 by NE into mu, यानी resistivity, reciprocal of number density and reciprocal of mobility होएगी। क्या इतना क्लियर है? Yes, sir. Yes, sir. क्या इतना टॉपिक समझ लग गया बच्चे? यस सर। Yes, sir. Yes, sir.